ਭੁਪਿੰਦਰ ਸਿੰਘ ਦਾ ਲੱਕ ਤੋਂ ਨੀਚੇ ਵਾਲਾ ਹਿੱਸਾ ਸਾਰਾ ਉਹ ਡੈੱਡ ਹੋ ਗਿਆ, ਜਿਸ ਦੇ ਕਾਰਨ ਭੁਪਿੰਦਰ ਸਿੰਘ ਤਕਰੀਬਨ 20 ਸਾਲ ਪਹਿਲਾਂ ਤੋਂ ਹੀ ਮੰਜੇ ਦੇ ਉੱਪਰ ਪਿਆ ਹੈਗਾ। 2001 10ਵੇਂ ਦੀ 2 ਨੂੰ ਮੈਂ ਸਕੂਟਰ ਤੇ ਜਾ ਰਿਹਾ ਸੀਗਾ। ਅਚਾਨਕ ਮਿਰਗੇ ਦਾ ਦੌਰਾ ਪੈਣ ਕਾਰਨ ਮੈਂ ਡਿੱਗ ਪਿਆ। ਡਿੱਗਣ ਸਾਰ ਮੇਰੇ ਸਪੈਨਲ ਤੇ ਸੱਟ ਵੱਜ ਗਈ। ਮੁੜ ਕੇ ਮਤਲਬ ਕਿ ਆਹ ਦਿਨ ਆ ਗਏ, ਮੁੜ ਕੇ ਮੰਜੇ ਤੋਂ ਖੜਾ ਨਹੀਂ ਆਇਆ। ਮੇਰੀ ਬੇਨਤੀ ਆ ਕਿ NRI ਵੀਰ ਭਰਾਵਾਂ ਨੂੰ ਤੇ ਸਮਾਜ ਸੇਵੀ ਸੰਸਥਾ ਨੂੰ ਕਿ ਘਰੋਂ ਆਰਥਿਕ ਪੱਖੋਂ ਮੈਂ ਬਹੁਤ ਕਮਜ਼ੋਰ ਹਾਂ। ਬਾਕੀ ਮੇਰੇ ਸੱਟ ਲੱਗੀ ਨੂੰ 20 ਸਾਲ ਹੋ ਗਏ ਵੀ ਮੈਂ ਚੱਲ ਫਿਰ ਨਹੀਂ ਸਕਦਾ। ਮੇਰੀ ਜਿੰਨੀ ਵੀ ਹੋ ਸਕਦੀ ਹੈ ਵੱਧ ਤੋਂ ਵੱਧ ਮੇਰੀ ਹੈਲਪ ਜ਼ਰੂਰ ਕਰੋ। ਸਰਕਾਰ ਵੱਲੋਂ ਜਾਨੀ ਕਿ ਤੁਹਾਨੂੰ ਕੋਈ ਹੋਰ ਵੱਡੀ ਸਹੂਲਤ ਨਹੀਂ ਦਿੱਤੀ ਗਈ ਹੈਗੀ? ਸਰਕਾਰ ਵੱਲੋਂ ਹੋਰ ਵੱਡੀ ਸਹੂਲਤ ਕੋਈ ਨਹੀਂ ਦਿੱਤੀ ਗਈ। ਆਹੀ ਹੈ ਜੀ, ਬਸ ਆਟਾ ਦਾਲ ਹੈ। ਹਾਂਜੀ। 5 ਸਾਲ ਹੋ ਗਏ ਵਿਧਾਇਕ ਹਰਪਾਲ ਸਿੰਘ ਚੀਮਾ ਹੋਰੀ ਨੇ ਦਿੜਵੇ ਦੇ, ਉਹਨਾਂ ਨੇ ਕਦੇ ਹਾਲ ਪੁੱਛਿਆ? ਨਹੀਂ ਵੀਰ ਜੀ, ਮੇਰੇ ਬਾਰ ਮੂਰੇ ਸੰਗਾ ਉਹ ਪਰਲੇ ਪਾਸੇ ਗੇਟ ਦੇ ਵਿੱਚ ਖੜੇ ਰਹੇ ਆ। ਉਹਨਾਂ ਨੇ ਕਦੇ ਮੇਰੇ ਆ ਕੇ ਲਵੇ ਹਾਲ ਚਾਲ ਵੀ ਨਹੀਂ ਪੁੱਛਿਆ। ਸੜਕ ਤੋਂ ਪਾਰੇ ਖੜੇ ਰਹੇ। ਵੀਰ ਜੀ ਮੇਰੀ ਬੇਨਤੀ ਆ ਜੀ ਵੀ ਮੈਂ ਆਰਥਿਕ ਪੱਖੋਂ ਬਹੁਤ ਕਮਜ਼ੋਰ ਹਾਂ ਹੈ। ਮੇਰੀ ਵੱਧ ਤੋਂ ਵੱਧ ਬੇਨਤੀ ਇਹ ਆ ਕਿ ਹੁਣ ਮੈਂ ਬੱਚੇ ਵਿਆਹੁਣੇ ਵੀ ਨੇ ਜੀ, ਬੱਚੇ ਵਿਆਹੁਣੇ ਵੀ ਨੇ, ਵਿਆਹੁਣ ਦੇ ਲਾਇਕ ਨੇ ਮੇਰੇ ਲਵੇ, ਮਤਲਬ ਕਿ ਇਨਕਮ ਦਾ ਹੋਰ ਕੋਈ ਸੋਰਸ ਹੈ ਨਹੀਂ ਜੀ। ਇਸ ਕਰਕੇ NRI ਵੀਰ ਸਮਾਜ ਸੇਵੀ ਸੰਸਥਾ ਨੂੰ ਮੇਰੀ ਅਪੀਲ ਹੈ। ਹਾਂਜੀ ਵੀਰ ਜੀ, ਹਿੰਮਤ ਸੰਘਰਸ਼ ਹੈ ਜੀ, ਜ਼ਿੰਦਗੀ ਨਾਲ ਜਾਰੀ ਰੱਖਾਂਗੇ। ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਹਾਂ ਸੰਜੀਵ ਗੋਇਲ। ਕਹਿੰਦੇ ਨੇ ਕਿ ਜਦੋਂ ਕੋਈ ਵਿਅਕਤੀ ਮੰਜੇ ਤੇ ਬੈਠ ਜਾਂਦਾ ਹੈ ਜਾਂ ਅਪਾਹਿਜ ਹੋ ਜਾਂਦਾ ਤਾਂ ਉਸਦੇ ਪਰਿਵਾਰ ਦਾ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਹੈ ਔਰ ਕਿਸ ਤਰ੍ਹਾਂ ਦਾ ਪਰਿਵਾਰ ਦਾ ਗੁਜ਼ਾਰਾ ਹੁੰਦਾ ਹੈ, ਉਹ ਤੁਸੀਂ ਭਲੀ ਭਾਂਤੀ ਜਾਣਦੇ ਹੈਗੇ ਹੋ। ਅੱਜ ਤੁਹਾਨੂੰ ਇੱਕ ਅਜਿਹੀ ਤਸਵੀਰ ਦਿਖਾਣੀ ਚਾਹੁੰਦੇ ਹਾਂ ਜਿਸ ਨੂੰ ਦੇਖ ਕੇ ਰੌਂਗਟੇ ਖੜੇ ਹੋ ਜਾਂਦੇ ਨੇਗੇ। ਸੰਗਰੂਰ ਜ਼ਿਲ੍ਹੇ ਦਾ ਪਿੰਡ ਰੋਗਲਾ, ਜੋ ਕਿ ਕਾਫੀ ਸਮਾਂ ਪਹਿਲਾਂ ਇੱਕ ਉੱਥੋਂ ਦਾ ਭੁਪਿੰਦਰ ਸਿੰਘ ਜੋ ਕਿ 43 ਸਾਲ ਦੀ ਉਮਰ ਹੈ, ਤਕਰੀਬਨ 20 ਸਾਲ ਤੋਂ ਮੰਜੇ ਦੇ ਉੱਪਰ ਪਿਆ ਹੈ, ਨਾ ਹੀ ਚੱਲ ਸਕਦਾ ਹੈ ਔਰ ਨਾ ਹੀ ਆਪਣੇ ਪਰਿਵਾਰ ਲਈ ਕੋਈ ਰੋਜੀ ਰੋਟੀ ਦਾ ਗੁਜ਼ਾਰਾ ਚਲਾ ਸਕਦਾ ਹੈ, ਕਿਉਂਕਿ ਭੁਪਿੰਦਰ ਸਿੰਘ ਦਾ ਲੱਕ ਤੋਂ ਨੀਚੇ ਵਾਲਾ ਹਿੱਸਾ ਸਾਰਾ ਉਹ ਡੈੱਡ ਹੋ ਗਿਆ, ਜਿਸ ਦੇ ਕਾਰਨ ਭੁਪਿੰਦਰ ਸਿੰਘ ਤਕਰੀਬਨ 20 ਸਾਲ ਪਹਿਲਾਂ ਤੋਂ ਹੀ ਮੰਜੇ ਦੇ ਉੱਪਰ ਪਿਆ ਹੈਗਾ। ਹੁਣ ਭੁਪਿੰਦਰ ਸਿੰਘ ਦੇ ਘਰ ਅਸੀਂ ਅੱਜ ਪਹੁੰਚੇ ਹੈਗੇ ਆ, ਕਿਉਂਕਿ ਭੁਪਿੰਦਰ ਸਿੰਘ ਦੇ ਪਰਿਵਾਰ ਦੇ ਵਿੱਚ 3 ਬੱਚੇ ਹੈਗੇ ਨੇ, ਇੱਕ ਬੇਟੀ ਹੈ, 2 ਬੇਟੇ ਨੇ ਔਰ ਉਹਨਾਂ ਦੀ ਵਾਈਫ ਹੈਗੀ ਜੀ, ਜਿਹੜੀ ਉਹ ਵਾਈਫ ਇਹਨਾਂ ਦੀ ਇਹਨਾਂ ਨੂੰ ਸੰਭਾਲ ਰਹੀ ਹੈ। 20 ਸਾਲ ਤੋਂ ਹੀ ਇਹਨਾਂ ਦੀ ਵਾਈਫ ਜਿਹੜੀ ਇਹਨਾਂ ਦੀ ਕੇਅਰ ਕਰ ਰਹੀ ਹੈ, ਇਹਨਾਂ ਦੀ ਦੇਖਭਾਲ ਕਰ ਰਹੀ ਹੈ। ਇਸ ਭੁਪਿੰਦਰ ਸਿੰਘ ਨਾਲ ਤੁਹਾਨੂੰ ਮਿਲਾਉਣਾ ਚਾਹਾਂਗੇ, ਗੱਲਬਾਤ ਵੀ ਤੁਹਾਡੀ ਕਰਵਾਵਾਂਗੇ। ਭੁਪਿੰਦਰ ਜੀ, ਪੰਜਾਬੀ ਲੋਕ ਚੈਨਲ ਤੇ ਸਵਾਗਤ ਹੈ ਤੁਹਾਡਾ। ਵੀਰ ਜੀ ਪੰਜਾਬੀ ਲੋਕ ਚੈਨਲ ਦਾ ਬਹੁਤ ਬਹੁਤ ਧੰਨਵਾਦ, ਜਿਹੜਾ ਕਿ ਮੇਰੀ ਗਰੀਬ ਦੀ ਆ ਕੇ ਸਾਰ ਲੈਤੀ ਆ। ਵੀਰ ਜੀ ਮੇਰੀ ਬੇਨਤੀ ਆ ਕਿ NRI ਵੀਰ ਭਰਾਵਾਂ ਨੂੰ ਤੇ ਸਮਾਜ ਸੇਵੀ ਸੰਸਥਾ ਨੂੰ ਕਿ ਘਰੋਂ ਆਰਥਿਕ ਪੱਖੋਂ ਮੈਂ ਬਹੁਤ ਕਮਜ਼ੋਰ ਹਾਂ। ਬਾਕੀ ਮੇਰੇ ਸੱਟ ਲੱਗੀ ਨੂੰ 20 ਸਾਲ ਹੋ ਗਏ ਵੀ ਮੈਂ ਚੱਲ ਫਿਰ ਨਹੀਂ ਸਕਦਾ। ਮੇਰੀ ਜਿੰਨੀ ਵੀ ਹੋ ਸਕਦੀ ਹੈ ਵੱਧ ਤੋਂ ਵੱਧ ਮੇਰੀ ਹੈਲਪ ਜ਼ਰੂਰ ਕਰੋ। ਭੁਪਿੰਦਰ ਜੀ, ਇਸ ਹੋਇਆ ਕਿਵੇਂ, ਕਿਹੜੇ ਸੰਨ ਦੇ ਵਿੱਚ ਹੋਇਆ, ਕਿੰਨੇ ਸਾਲ ਹੋ ਗਏ ਔਰ ਕਿਵੇਂ ਵਾਪਰੀ ਇਹ ਘਟਨਾ ਸਾਰੀ? ਵੀਰ ਜੀ 2001 10ਵੇਂ ਦੀ 2 ਨੂੰ ਮੈਂ ਸਕੂਟਰ ਤੇ ਜਾ ਰਿਹਾ ਸੀਗਾ। ਅਚਾਨਕ ਮਿਰਗੇ ਦਾ ਦੌਰਾ ਪੈਣ ਕਾਰਨ ਮੈਂ ਡਿੱਗ ਪਿਆ। ਡਿੱਗਣ ਸਾਰ ਮੇਰੇ ਸਪੈਨਲ ਤੇ ਸੱਟ ਵੱਜ ਗਈ। ਮੁੜ ਕੇ ਮਤਲਬ ਕਿ ਆਹ ਦਿਨ ਆ ਗਏ, ਮੁੜ ਕੇ ਮੰਜੇ ਤੋਂ ਖੜਾ ਨਹੀਂ ਆਇਆ ਜੀ। ਹਾਂਜੀ। ਇਹ ਫਿਰ ਤੁਹਾਡਾ ਜਿਹੜਾ ਟ੍ਰੀਟਮੈਂਟ ਸੀਗਾ ਕਿੱਥੋਂ ਚੱਲਿਆ ਇਹ? ਟ੍ਰੀਟਮੈਂਟ ਵੀਰ ਜੀ ਚੱਲਦਾ ਗਿਆ ਪਹਿਲਾਂ ਇੱਥੋਂ ਪ੍ਰਾਈਵੇਟ ਹਸਪਤਾਲ ਸੁਨਾਮ ਤੋਂ ਫਿਰ PGI ਚੰਡੀਗੜ੍ਹ ਜੀ, ਆਪਣਾ ਕਰਤਾਰਪੁਰ ਜੀ ਤੇ ਹਿਸਾਰ, ਬਠਿੰਡਾ, ਲੁਧਿਆਣਾ ਵਗੈਰਾ ਸਾਰੇ ਘੁੰਮ ਘੁਮਾ ਕੇ ਜੀ, ਮਤਲਬ ਕਿ ਹੁਣ ਇਲਾਜ ਆ ਜਿਹੜਾ ਹੁਣ ਤਾਂ ਹੋਮੋਪੈਥੀ ਤੇ ਰਹਿ ਗਿਆ ਜੀ। ਹੁਣ ਤੁਸੀਂ ਇਹ ਤਕਰੀਬਨ 20 ਸਾਲਾਂ ਤੋਂ ਮੰਜੇ ਤੇ ਹੀ ਪਏ ਹੈਗੇ? ਹਾਂ ਵੀਰ ਜੀ, ਮੈਂ 20 ਸਾਲਾਂ ਤੋਂ ਹੁਣ ਤੱਕ ਮੈਂ ਮੰਜੇ ਤੇ ਹੀ ਹਾਂ ਜੀ। ਜਿਹੜਾ ਥੱਲੜਾ ਹਿੱਸਾ ਬਿਲਕੁਲ ਡੈੱਡ ਹੋ ਗਿਆ ਜੀ। ਹਾਂਜੀ। ਫਿਰ ਹੁਣ ਘਰ ਦਾ ਗੁਜ਼ਾਰਾ, ਜਿਹੜਾ ਰੋਟੀ ਪਾਣੀ ਦਾ ਗੁਜ਼ਾਰਾ ਹੈ, ਉਹ ਕਿਸ ਤਰ੍ਹਾਂ ਚੱਲਦਾ ਤੁਹਾਡਾ? ਵੀਰ ਜੀ ਜਿਹੜਾ ਰੋਟੀ ਪਾਣੀ ਦਾ ਗੁਜ਼ਾਰਾ ਜੀ, ਮਤਲਬ ਕਿ ਘਰ ਵਾਲੀ ਨੇ ਉਹ ਆਂਗਣਵਾੜੀ ਹੈਲਪਰ ਨੇ ਜੀ, ਕੁਛ ਉਹਨਾਂ ਨੂੰ ਮਿਲਿਆ, ਕੁਛ 2 ਸਾਡੀਆਂ ਪੈਨਸ਼ਨਾਂ ਲੱਗੀਆਂ ਹੋਈਆਂ, ਆਪਣਾ 2 ਬੱਚਿਆਂ ਦੀ ਤੇ ਮੇਰੀ। ਕੁਛ ਜਿਹੜਾ ਮਤਲਬ ਕਿ ਦਵਾਈ ਬੂਟੀ ਦਾ ਤੇ ਬੱਚਿਆਂ ਦੀ ਪੜ੍ਹਾਈ ਦਾ ਉਹ ਥੋੜ੍ਹਾ ਬਹੁਤਾ ਜਿਹੜਾ ਸਮਾਜ ਸੇਵੀ ਵੀਰ ਨੇ
ਉਹਨਾਂ ਵੱਲੋਂ ਆ ਜਾਂਦਾ ਜੀ। ਜਿਹੜੀਆਂ ਸਮਾਜ ਸੇਵੀ ਸੰਸਥਾ ਨੇ, ਜਿਵੇਂ ਲੰਮਾ ਸਮਾਂ ਹੋ ਗਿਆ ਤੁਹਾਨੂੰ, 20 ਸਾਲ ਹੋ ਗਏ ਤੁਹਾਨੂੰ ਮੰਜੇ ਤੇ ਪਿਆ ਨੂੰ, ਸਮਾਜ ਸੇਵੀ ਸੰਸਥਾ ਤੱਕ ਗੱਲ ਪਹੁੰਚੀ ਤੁਹਾਡੀ, ਕੁਝ ਮਦਦ ਕਰ ਰਹੀਆਂ ਨੇ? ਵੀਰ ਜੀ ਜਿੰਨੀ ਕੁ ਹੁਣ ਤੱਕ ਮੇਰੀ ਮਦਦ ਹੋਈ ਆ, ਵੀ ਸਪੋਕਸਮੈਨ ਅਦਾਰਾ ਜਿਹੜਾ ਉਹਨਾਂ ਵੱਲੋਂ ਬਹੁਤ ਜਿਹੜਾ ਮੇਰੇ ਬੱਚਿਆਂ ਨੂੰ ਪੜ੍ਹਾਇਆ ਵੀ ਗਿਆ, ਫੀਸ ਵੀ ਭਰੀ ਗਈ ਆ, ਮੇਰੇ ਇਲਾਜ ਤੇ ਵੀ ਪੈਸੇ ਲਾਏ ਗਏ ਨੇ। ਬਾਕੀ ਜੋ NRI ਵੀਰ ਨੇ 2-4 ਜਿਨ੍ਹਾਂ ਨੇ ਮੇਰੀ ਹੈਲਪ ਕੀਤੀ ਆ, ਜਿਨ੍ਹਾਂ ਨੇ ਮੇਰੀ ਹੈਲਪ ਕੀਤੀ ਆ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਹੁਣ ਤੱਕ ਮੇਰੀ ਮਤਲਬ ਕਿ ਬੱਚਿਆਂ ਨੂੰ ਰੈਗੂਲਰ ਪੜ੍ਹਾਈ ਜਾਰੀ ਰੱਖਣ ਦੇ। ਜਿਹੜੀ ਸਰਕਾਰੀ ਆਪਾਂ ਸਹੂਲਤਾਂ ਦੀ ਗੱਲ ਕਰ ਲਈਏ, ਜਿਵੇਂ ਪੈਨਸ਼ਨ ਹੋ ਗਈ, ਆਟਾ ਦਾਲ ਸਕੀਮ ਹੋ ਗਈ, ਜਾਂ ਕੁਝ ਹੋਰ ਸਰਕਾਰ ਨੇ ਲੋਕ ਭਲਾਈ ਸਕੀਮਾਂ ਚਲਾਈਆਂ ਨੇ, ਉਹ ਤੁਹਾਨੂੰ ਮਿਲਦੀਆਂ ਨੇ? ਹਾਂ ਵੀਰ ਜੀ, ਆਟਾ ਦਾਲ ਸਕੀਮ ਵੀ ਮਿਲਦੀ ਆ ਮੈਨੂੰ ਜੀ, ਰਾਸ਼ਨ ਕਾਰਡ ਹੈਗਾ ਜੀ। ਹਾਂਜੀ, ਹੋਰ ਮਤਲਬ ਕਿ ਕੋਈ ਉਹ ਨਹੀਂ ਹੈਗਾ ਜੀ ਸਰਕਾਰ ਵੱਲੋਂ, ਜਾਨੀ ਕਿ ਤੁਹਾਨੂੰ ਕੋਈ ਹੋਰ ਵੱਡੀ ਸਹੂਲਤ ਨਹੀਂ ਦਿੱਤੀ ਗਈ ਹੈਗੀ? ਸਰਕਾਰ ਵੱਲੋਂ ਹੋਰ ਵੱਡੀ ਸਹੂਲਤ ਕੋਈ ਨਹੀਂ ਦਿੱਤੀ ਗਈ, ਆਹੀ ਹੈ ਜੀ, ਬਸ ਆਟਾ ਦਾਲ ਹੈ। ਹਾਂਜੀ, ਹੋਰ ਕੋਈ ਵੱਡੀ ਸਹੂਲਤ ਨਹੀਂ ਦਿੱਤੀ ਗਈ। ਜਿਵੇਂ ਹੁਣ ਬੱਚੇ ਜਵਾਨ ਹੋ ਗਏ ਜੀ, ਵਿਆਹੁਣ ਯੋਗ ਹੋ ਗਏ ਜੀ, ਬਾਕੀ ਇਹਨਾਂ ਵਾਸਤੇ ਕੋਈ ਨੌਕਰੀ। ਹਾਂਜੀ। ਬੱਚੇ ਕਿਹੜੀ ਕਲਾਸ ਦੇ ਵਿੱਚ ਪੜ੍ਹਦੇ ਨੇ ਤੁਹਾਡੇ? ਬੱਚੇ ਵੀਰ ਜੀ, ਬੇਟੀ B.Ed, ਦੋਏ ਬੇਟੇ BA। ਜਿਹੜੀ ਇਹਨਾਂ ਦੀ ਪੜ੍ਹਾਈ ਦਾ ਖਰਚਾ ਜਿਹੜਾ ਉਹ ਕੌਣ ਚੁੱਕ ਰਿਹਾ ਫਿਰ? ਇਹ ਵੀਰ ਜੀ ਆਪਣਾ ਸਪੋਕਸਮੈਨ ਅਦਾਰਾ ਜਿਹੜਾ, ਉਹਨਾਂ ਵੱਲੋਂ ਭਰੀ ਜਾ ਰਹੀ ਹੈ ਇਹਨਾਂ ਦੀ ਫੀਸ। ਹਾਂਜੀ। ਤੇ ਹੁਣ ਤੁਸੀਂ ਮੰਗ ਕੀ ਕਰਦੇ ਹੋ, ਕੀ ਕਹਿਣਾ ਚਾਹੁੰਦੇ ਹੋ? ਜਿਹੜੇ ਬਾਹਰ ਪੰਜਾਬੀ ਵੀਰ ਬੈਠੇ ਨੇ, ਵਿਦੇਸ਼ਾਂ ਦੇ ਵਿੱਚ ਬੈਠੇ ਨੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਵੀਰ ਜੀ ਮੇਰੀ ਬੇਨਤੀ ਹੈ ਜੀ, ਵੀ ਮੈਂ ਆਰਥਿਕ ਪੱਖੋਂ ਬਹੁਤ ਕਮਜ਼ੋਰ ਹਾਂ ਹੈ। ਮੇਰੀ ਵੱਧ ਤੋਂ ਵੱਧ ਬੇਨਤੀ ਇਹ ਹੈ ਕਿ ਹੁਣ ਮੈਂ ਬੱਚੇ ਵਿਆਹੁਣੇ ਵੀ ਨੇ ਜੀ, ਬੱਚੇ ਵਿਆਹੁਣੇ ਵੀ ਨੇ, ਵਿਆਹੁਣ ਦੇ ਲਾਇਕ ਨੇ ਮੇਰੇ ਲਵੇ, ਮਤਲਬ ਕਿ ਇਨਕਮ ਦਾ ਹੋਰ ਕੋਈ ਸੋਰਸ ਹੈ ਨਹੀਂ ਜੀ। ਇਸ ਕਰਕੇ NRI ਵੀਰ ਸਮਾਜ ਸੇਵੀ ਸੰਸਥਾ ਨੂੰ ਮੇਰੀ ਅਪੀਲ ਹੈ ਜੀ। ਇਹ ਹੁਣ ਸਰਕਾਰੀ ਜਿਹੜੇ ਆਪਾਂ ਕਿਸੇ ਮੁਲਾਜ਼ਮ ਦੀ ਗੱਲ ਕਰ ਲਈਏ ਜਾਂ ਕਿਸੇ ਅਫਸਰ ਦੀ ਗੱਲ ਕਰੀਏ, ਤੁਹਾਡੇ ਕੋਲ ਆਉਂਦੇ ਨੇ, ਕੋਈ ਹਾਲ ਚਾਲ ਤੁਹਾਡਾ ਪੁੱਛਦੇ ਨੇ, ਜਾਂ ਕੋਈ ਲੀਡਰ ਤੁਹਾਡੇ ਕੋਲ ਆਉਂਦਾ? ਨਹੀਂ ਵੀਰ ਜੀ, ਕੋਈ ਲੀਡਰ ਨਹੀਂ ਆਉਂਦਾ। ਮੇਰੇ ਬਾਰਮੂਰ ਦੀ ਢੀਂਡਸਾ ਸਾਹਿਬ ਵੀ ਲੰਘਦੇ ਨੇ, ਭਗਵੰਤ ਮਾਨ ਸਾਹਿਬ ਵੀ ਲੰਘਦੇ ਨੇ, ਬੀਬੀ ਭੱਠਲ ਜੀ ਵੀ ਲੰਘਦੇ ਨੇ, ਧਮਾਨ ਸਾਹਿਬ ਵੀ ਲੰਘਦੇ ਨੇ, ਚੀਮਾ ਸਾਹਿਬ ਵੀ ਲੰਘਦੇ ਨੇ, ਮੇਰੇ ਲਵੇ ਕੋਈ ਖੜ ਕੇ ਮੇਰਾ ਹਾਲ ਚਾਲ ਤੱਕ ਨਹੀਂ ਪੁੱਛਿਆ ਗਿਆ। ਕਾਰਨ ਵੀਰ ਜੀ ਪਤਾ ਨਹੀਂ ਕੀ ਹੈ। ਵੀ ਵੋਟ ਨਹੀਂ ਦਿੰਦੇ ਤੁਸੀਂ ਇਹਨਾਂ ਨੂੰ? ਵੋਟ ਪਾਉਂਦੇ ਆ ਜੀ। ਵੋਟ ਪਾਉਂਦੇ। ਜਦੋਂ ਵੋਟ ਤੁਸੀਂ ਪਾਉਣ ਜਾਂਦੇ ਹੋ, ਤੁਹਾਨੂੰ ਲੈ ਕੇ ਜਾਂਦੇ ਨੇ ਫਿਰ ਇੱਥੋਂ ਆ ਕੇ? ਹਾਂਜੀ ਹਾਂਜੀ, ਮੈਨੂੰ ਵੀਲ ਚੇਅਰ ਤੇ ਬਿਠਾ ਕੇ ਲੈ ਜਾਂਦੇ ਨੇ ਜੀ। ਹਾਂਜੀ। ਫਿਰ ਉਦੋਂ ਕਿਵੇਂ ਭੁਪਿੰਦਰ ਯਾਦ ਆ ਜਾਂਦਾ? ਬਸ ਵੋਟਾਂ ਵਕਤ ਯਾਦ ਆਉਂਦੇ ਆ ਜੀ, ਹੋਰ ਦੁੱਖ ਸੁੱਖ ਦੇ ਵਿੱਚ ਕੋਈ ਨਹੀਂ ਯਾਦ ਕਰਦਾ। ਹਾਂਜੀ। ਫਿਰ ਹੁਣ ਦੁਬਾਰਾ ਫਿਰ ਵੋਟਾਂ ਆ ਰਹੀਆਂ ਨੇਗੀਆਂ, ਫਿਰ ਜਦੋਂ ਹੁਣ ਤੁਹਾਡੇ ਕੋਲ ਆਉਣਗੇ, ਤੁਹਾਨੂੰ ਲੈ ਕੇ ਜਾਣਗੇ, ਗੱਡੀ ਦੇ ਵਿੱਚ ਲੈ ਕੇ ਜਾਂਦੇ ਹੋਣੇ ਤੁਹਾਨੂੰ, ਫਿਰ ਉਹਨਾਂ ਨੂੰ ਕੁਝ ਪੁੱਛੋਗੇ ਵੀ ਮੇਰਾ ਹਾਲ ਨਹੀਂ ਤੁਸੀਂ ਪੁੱਛਦੇ? ਪੁੱਛਾਂਗੇ ਤਾਂ ਹੈਗੇ ਵੀਰ ਜੀ, ਜਿਵੇਂ ਮਤਲਬ ਕਿ ਜਿਹੜੇ MP ਸਾਹਿਬ ਨੇ, ਭਗਵੰਤ ਮਾਨ ਸਾਹਿਬ, ਉਹਨਾਂ ਨੂੰ ਹੁਣ 5 ਸਾਲ ਬਾਅਦ ਆਉਣਗੇ, ਉਹਨਾਂ ਨੂੰ ਪੁੱਛਾਂਗੇ। ਜੋ ਬਾਕੀ ਹੋਰ ਲੀਡਰ ਵੀ ਨਹੀਂ ਆਉਂਦੇ ਕੋਈ? ਨਹੀਂ ਵੀਰੇ, ਮੈਂ ਸੁਣਦਾ ਵੀ ਕਿਸੇ ਨੇ ਨਹੀਂ ਆਇਆ ਨਾ। ਢੀਂਡਸੇ ਉਹਨਾਂ ਦਾ ਗਾੜਾ ਇੱਥੇ ਦਿੜਬਾ, ਜੇ ਆਪਾਂ ਮੰਨ ਲਈ ਢੀਂਡਸੇ ਦਾ ਗਾੜਾ, ਢੀਂਡਸਿਆਂ ਨੇ ਕਦੇ ਮਦਦ ਕੀਤੀ? ਵੀਰ ਜੀ ਢੀਂਡਸੇ ਨੂੰ ਸਤਿ ਸ੍ਰੀ ਅਕਾਲ ਵੀ ਬੁਲਾਵਾਂ, ਵੱਡੇ ਨੂੰ ਵੀ ਛੋਟੇ ਨੂੰ ਵੀ। ਮੇਰਾ ਮੰਜਾ ਬਾਰ ਦੇ ਵਿੱਚ ਹੁੰਦਾ, ਮੇਰਾ ਮੰਜਾ ਉੱਥੇ ਬਾਰ ਦੇ ਵਿੱਚ ਹੁੰਦਾ। ਜਦੋਂ ਲੰਘਦੇ ਨੇ ਸਾਰੇ ਲੀਡਰ ਲੰਘਦੇ ਨੇ, ਸਾਡੇ ਮੇਨ ਮਤਲਬ ਕਿ ਰਸਤਾ ਹੀ ਹੋ ਗਿਆ। ਹਾਂਜੀ। ਧਮਾਨ ਸਾਹਿਬ ਨੇ ਬੜੇ ਸਮਾਜ ਸੇਵੀ ਹੈਗੇ ਨੇ, ਉਹਨਾਂ ਨੇ ਕਦੇ ਮਦਦ ਕੀਤੀ? ਨਹੀਂ ਵੀਰ ਜੀ, ਕੋਈ ਮਦਦ ਨਹੀਂ ਕੀਤੀ, ਕਦੇ ਵੀ ਨਹੀਂ ਮਦਦ ਕੀਤੀ। ਉਹਨਾਂ ਨੇ ਖੜ ਕੇ ਹਾਲ ਚਾਲ ਵੀ ਨਹੀਂ ਪੁੱਛਿਆ। 5 ਸਾਲ ਹੋ ਗਏ ਵਿਧਾਇਕ ਹਰਪਾਲ ਸਿੰਘ ਚੀਮਾ ਹੋਰੀ ਨੇ ਦਿੜਬੇ ਦੇ, ਉਹਨਾਂ ਨੇ ਕਦੇ ਹਾਲ ਪੁੱਛਿਆ? ਨਹੀਂ ਵੀਰ ਜੀ, ਮੇਰੇ ਬਾਰ ਮੂਰੇ ਸੰਗਾ ਉਹ ਪਰਲੇ ਪਾਸੇ ਗੇਟ ਦੇ ਵਿੱਚ ਖੜੇ ਰਹੇ ਆ, ਉਹਨਾਂ ਨੇ ਕਦੇ ਮੇਰੇ ਆ ਕੇ ਲਵੇ ਹਾਲ ਚਾਲ ਵੀ ਨਹੀਂ ਪੁੱਛਿਆ। ਸੜਕ ਤੋਂ ਪਾਰੇ ਖੜੇ ਰਹੇ ਆ। ਤੇ ਹੁਣ ਤੁਸੀਂ ਜਿਹੜੀ ਹੈਗੀ ਆ ਗੁਹਾਰ ਲਗਾ ਰਹੇ ਹੋ ਕਿ ਤੁਹਾਡੀ ਬੇਟੀ ਦਾ ਜਿਹੜਾ ਵਿਆਹ ਵੀ ਕਰਨਾ ਹੈ, ਬੱਚਿਆਂ ਦੀ ਸ਼ਾਦੀ ਕਰਨੀ ਹੈ, ਉਹ ਮਦਦ ਤੁਹਾਡੀ ਜਿਹੜੀ ਹੈਗੀ ਆ ਵਿਦੇਸ਼ਾਂ ਤੋਂ ਵੀ ਮਦਦ ਮੰਗ ਰਹੇ ਹੋ? ਕਿਉਂਕਿ ਹਰ ਵਾਰੀ ਜਿਹੜੇ ਵਿਦੇਸ਼ੀ ਭਰਾ ਨੇ ਉਹੀ ਮਦਦ ਕਰਦੇ ਨੇ, ਸਰਕਾਰਾਂ ਤੋਂ ਉਮੀਦ ਹੈ ਕੋਈ? ਨਹੀਂ ਜੀ, ਸਰਕਾਰਾਂ ਤੋਂ ਕੋਈ ਉਮੀਦ ਨਹੀਂ ਜੀ। ਸਰਕਾਰਾਂ ਤੋਂ ਕੋਈ ਉਮੀਦ ਨਹੀਂ ਰੱਖੀ ਜਾ ਸਕਦੀ। ਸਰਕਾਰਾਂ ਤਾਂ ਕੋਈ ਪੁੱਛਦਾ ਨਹੀਂ, ਲੀਡਰ ਨਹੀਂ ਕੋਈ ਪੁੱਛਦਾ, ਕੋਈ ਆ ਕੇ ਅਫਸਰ ਨਹੀਂ ਪੁੱਛਦਾ, ਕੋਈ ਪ੍ਰਸ਼ਾਸਨ ਦਾ ਕੋਈ ਅਫਸਰ, ਚਾਹੇ DC ਹੈ, SDM, ਕੋਈ ਵੀ ਨਹੀਂ ਕਿਸੇ ਲਈ ਆਉਂਦਾ ਹੈਗਾ। ਹੁਣ ਤੁਸੀਂ ਬਿਲਕੁਲ ਨਹੀਂ ਚੱਲ ਫਿਰ ਸਕਦੇ, ਸਿਰਫ ਮੰਜੇ ਤੇ ਵੀਲ ਚੇਅਰ ਤੇ ਤੁਹਾਨੂੰ ਬਿਠਾ ਕੇ ਲੈ ਕੇ ਜਾਇਆ ਜਾਂਦਾ? ਹਾਂ ਵੀਰ ਜੀ, ਜਿਵੇਂ ਬਿਲਕੁਲ ਵੀਲ ਚੇਅਰ ਤੇ ਆਈ ਮੈਂ ਹੁਣ, ਜਿਵੇਂ ਤੁਰ ਫਿਰ ਸਕਦੇ। ਤੁਹਾਡੀ ਜਿਹੜੀ ਦੇਖਭਾਲ ਹੈਗੀ ਆ, ਤੁਹਾਡੀ ਸਾਂਭ ਸੰਭਾਲ ਕੌਣ ਕਰਦਾ ਪਰਿਵਾਰ ਦੇ ਵਿੱਚ? ਇਹ ਪਰਿਵਾਰ ਦੇ ਵਿੱਚ ਮੇਰੇ ਘਰ ਵਾਲੀ ਆ ਜੀ, ਤੇ ਮੇਰੇ ਬੇਟਾ ਜੀ। ਵਧੀਆ ਤਰੀਕੇ ਨਾਲ ਸਾਂਭ ਸੰਭਾਲ ਹੋ ਰਹੀ ਹੈ? ਹਾਂ, ਬੱਚੇ ਵਧੀਆ ਤਰੀਕੇ ਨਾਲ ਸਾਂਭ ਸੰਭਾਲ ਕਰ ਰਹੇ ਨੇ ਵੀਰ ਜੀ। ਹਾਂਜੀ। ਜੇ ਆਪਾਂ ਖਰਚੇ ਦੀ ਗੱਲ ਕਰ ਲਈਏ ਭੁਪਿੰਦਰ ਜੀ, ਹੁਣ ਤੱਕ ਤੁਹਾਡਾ ਕਿੰਨਾ ਕੁ ਖਰਚ ਜਿਹੜਾ ਇਸ ਬਿਮਾਰੀ ਤੇ ਆ ਗਿਆ ਹੋਊਗਾ? ਵੀਰ ਜੀ, ਇਦੋਂ ਪਹਿਲਾਂ ਸਾਨੂੰ 20 ਸਾਲ ਹੋ ਗਏ, ਤਕਰੀਬਨ ਲਾ ਲਓ ਵੀ 20 ਲੱਖ ਰੁਪਈਆ ਦਾ ਸਾਡਾ ਖਰਚਾ ਆ ਹੀ ਗਿਆ ਹੁਣ। ਜੇ ਆਪਾਂ ਹਿਸਾਬ ਲਾਈਏ ਵੀ 50,000 ਦਾ ਮੇਰੇ ਜ਼ਖਮ ਪੱਟੀਆਂ ਤੇ ਦਵਾਈ ਆ ਜਾਂਦੀ ਹੈ। ਜ਼ਖਮ ਕਦੇ ਇੱਧਰੋਂ ਇੱਧਰ ਹੋ ਗਿਆ, ਕਦੇ ਇੱਧਰੋਂ ਇੱਧਰ ਹੋ ਗਿਆ, ਅੱਡੀਆਂ ਗਲ ਜਾਂਦੀਆਂ ਨੇ, ਤੇ ਚੂਲਿਆਂ ਤੋਂ ਬਾਂਸ ਲੈ ਜਾਂਦਾ, ਕੁੜਿਆਂ ਤੋਂ, ਢੂਹੀ ਤੋਂ। ਆਹ ਦੇਖ ਲਓ ਤੁਸੀਂ, ਇਹਦੇ ਵਿੱਚ ਉਹ ਕਰ ਲਓ ਵੀ ਜ਼ਖਮੇ ਖਾ ਜਾਂਦੇ ਨੇ 50,000 ਰੁਪਏ ਦਾ ਸਾਲ। ਹਾਂਜੀ। ਸੋ ਬਿਲਕੁਲ
ਇੱਕ ਵੱਡੀ ਦਰਦ ਭਰੀ ਕਹਾਣੀ ਜਿਹੜੀ ਭੁਪਿੰਦਰ ਹੋਰਾਂ ਦੀ ਹੈਗੀ ਆ, ਕਿਉਂਕਿ 20 ਸਾਲ ਜਿਹੜੇ ਹੋ ਚੱਲੇ ਨੇਗੇ ਇਹਨਾਂ ਨੂੰ ਮੰਜੇ ਦੇ ਉੱਪਰ ਬੈਠਿਆਂ ਨੂੰ। ਇਹਨਾਂ ਦੀ ਧਰਮ ਪਤਨੀ ਵੀ ਹੈਗੇ ਨੇ ਜੋ ਕਿ ਆਂਗਣਵਾੜੀ ਦੇ ਵਿੱਚ ਇੱਕ ਹੈਲਪਰ ਦੇ ਤੌਰ ਤੇ ਆਪਣੀ ਡਿਊਟੀ ਨਿਭਾ ਰਹੇ ਨੇ। ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ। ਭੈਣ ਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਸੁਖਵਿੰਦਰ ਕੌਰ ਜੀ। ਹਾਂ ਸੁਖਵਿੰਦਰ ਜੀ, ਤੁਸੀਂ ਜਿਹੜਾ ਹੈਗਾ ਆਂਗਣਵਾੜੀ ਦੇ ਵਿੱਚ ਕੰਮ ਕਰ ਰਹੇ ਹੋ? ਹਾਂਜੀ ਵੀਰ ਜੀ, ਮੈਂ ਆਂਗਣਵਾੜੀ ਦੇ ਵਿੱਚ ਹੈਲਪਰ ਦੀ ਡਿਊਟੀ ਜਿੱਦਾਂ ਦੱਸਿਆ ਤੁਹਾਡੇ ਪਤੀ ਨੇ ਕਿ 20 ਸਾਲ ਹੋ ਗਏ ਨੇ ਸੱਟ ਲੱਗੀ ਨੂੰ, ਫਿਰ ਤੁਸੀਂ ਦੇਖਭਾਲ ਕਰ ਰਹੇ ਹੋ ਸਾਰੀ? ਹਾਂਜੀ, ਦੇਖਭਾਲ ਕਰਦੇ ਹਾਂ। ਕਿਸ ਤਰ੍ਹਾਂ ਫਿਰ ਬਿਲਕੁਲ ਨਹੀਂ ਫਿਰ ਇਹਨਾਂ ਤੋਂ ਚੱਲੇ ਫਿਰੇ ਜਾਂਦਾ? ਨਾ ਵੀਰ ਜੀ, ਚੱਕ ਕੇ ਬਿਠਾਉਣੇ ਆ ਜੀ, ਵੀਲ ਚੇਅਰ ਤੇ ਵੀ ਕੁਰਸੀ ਤੇ ਵੀ ਬਿਲਕੁਲ ਨਹੀਂ ਤੁਰਿਆ ਜਾਂਦਾ ਜੀ। ਨੀਚੇ ਵਾਲਾ ਹਿੱਸਾ ਬਿਲਕੁਲ ਡੈਡ ਹੈ ਜੀ। ਕਦੇ ਕਿਸੇ ਰਾਜਨੀਤਿਕ ਪਾਰਟੀ ਦੇ ਆਗੂ ਨੇ ਜਾਂ ਕਿਸੇ ਸਰਕਾਰ ਨੇ ਸਾਰ ਲਈ ਇਹਨਾਂ ਦੀ? ਨਹੀਂ ਵੀਰ ਜੀ, ਇਹ ਬਸ ਸਮਾਜ ਸੇਵੀ ਵੀਰਾਂ ਨੇ ਇਹਨਾਂ ਦੀ ਹੈਲਪ ਕੀਤੀ ਆ, ਜੋ ਕੀਤੀ ਆ। ਬੱਚਿਆਂ ਦੀ ਪੜ੍ਹਾਈ ਵੀ ਸਮਾਜ ਸੇਵੀ ਵੀਰਾਂ ਨੇ ਕਰਵਾਈ ਹੈ ਜੀ। ਜੋ NRI ਵੀਰ ਜਿਨ੍ਹਾਂ ਨੇ ਸਟੇਟਮੈਂਟ ਪੜ੍ਹੀ ਸੀ, ਇਹਨਾਂ ਦੀ ਲੱਗੀ ਸੀ 2012 ਦੇ ਵਿੱਚ ਸਪੋਕਸਮੈਨ ਦੇ ਵਿੱਚ। ਜੋ ਸਪੋਕਸਮੈਨ ਦੇ ਅਦਾਰੇ ਨੇ ਵੀਰ ਜੀ ਸਾਰੇ, ਉਹਨਾਂ ਨੇ ਹੈਲਪ ਕੀਤੀ ਹੈ ਜੀ। ਸਰਕਾਰੀ ਕਿਸੇ ਨੇ ਨਹੀਂ ਕੀਤੀ। ਬੱਚੇ ਕਿਹੜੀ ਕਲਾਸ 'ਚ ਪੜ੍ਹ ਰਹੇ ਨੇ? ਬੱਚੇ ਵੀਰ ਜੀ, ਗੁੜੀਆ BA ਕਰਕੇ B.Ed 'ਚ ਐਡਮਿਸ਼ਨ ਕਰਵਾਈ ਆ ਹੁਣ, ਤੇ ਬੇਟੇ ਦੋਨੇ BA ਕਰ ਰਹੇ ਨੇ ਜੀ। ਇੱਕ ਸੈਕੰਡ ਈਅਰ ਸਮਾਜ ਸੇਵੀਆਂ ਦੀ ਮਦਦ ਨਾਲ ਹੋਇਆ? ਹਾਂਜੀ ਵੀਰ ਜੀ, ਸਮਾਜ ਸੇਵੀ। ਹੁਣ ਕੀ ਮੰਗ ਕਰਦੇ ਹੋ ਤੁਸੀਂ? ਹੁਣ ਵੀਰ ਜੀ ਇਹੀ ਮੰਗ ਆ ਸਮਾਜ ਸੇਵੀ ਵੀਰਾਂ ਅੱਗੇ ਵੀ ਤਿੰਨੇ ਬੱਚੇ ਜਵਾਨ ਨੇ ਜੀ, ਇਹਨਾਂ ਦੀ ਵਿਆਹ ਸ਼ਾਦੀ ਵਾਸਤੇ ਮੇਰੇ ਪੱਲੇ ਕੋਈ ਪੈਸਾ ਨਹੀਂ ਜੀ, ਕੋਈ ਘਰ ਦਾ ਗੁਜ਼ਾਰਾ ਮੈਂ ਬੜੀ ਮੁਸ਼ਕਲ ਨਾਲ ਚਲਾ ਰਹੀ ਹਾਂ ਜੀ। ਕਿਉਂਕਿ 3700 ਰੁਪਇਆ ਮੈਨੂੰ ਸਾਰਾ ਮਿਲਦਾ ਹੈ ਜੀ, ਹੈਲਪਰ ਦੀ ਪੇ ਹੈ ਜਿਹੜੀ ਆਂਗਣਵਾੜੀ ਦੇ ਵਿੱਚ। ਤੁਹਾਨੂੰ ਪਤਾ ਹੀ ਆ 3700 ਨਾਲ ਤਾਂ ਚੁੱਲ੍ਹਾ ਹੀ ਮੁਸ਼ਕਲ ਨਾਲ ਚੱਲਦਾ ਜੀ। ਬਸ ਇਹੀ ਬੇਨਤੀ ਹੈ ਵੀਰ ਜੀ। ਪਿੰਡ ਦੀ ਪੰਚਾਇਤ ਵੱਲੋਂ ਕਿਤੇ ਕੋਈ ਸਹਿਯੋਗ ਮਿਲਿਆ ਤੁਹਾਨੂੰ? ਨਹੀਂ ਵੀਰ ਜੀ, ਬਸ ਆਹੀ ਆਟਾ ਦਾਲ ਸਕੀਮ, ਰਾਸ਼ਨ ਕਾਰਡ ਜੋ ਬਣਦੇ ਨੇ ਇਹ ਜ਼ਰੂਰ ਬਣੇ ਹੋਏ ਨੇ ਜੀ, ਮਿਲਦੀ ਹੈ ਇਹ ਸਕੀਮਾਂ। ਮੌਜੂਦਾ ਸਰਪੰਚ ਕੌਣ ਨੇ ਤੁਹਾਡੀ? ਜਗਮੇਲ ਸਿੰਘ, ਹਰਦੇਵ ਕੌਰ ਜੀ। ਹਰਦੇਵ ਕੌਰ? ਹਾਂਜੀ। ਜਗਮੇਲ ਦੇ ਪਤਨੀ? ਹਾਂਜੀ, ਵਾਈਫ ਆਫ ਜਗਮੇਲ ਸਿੰਘ। ਹਾਂਜੀ। ਉਹਨਾਂ ਵੱਲੋਂ ਕੋਈ ਕਦੇ ਤੁਹਾਨੂੰ ਸਹਾਇਤਾ ਮਿਲੀ ਹੋਵੇ? ਕਦੇ ਕੋਈ ਉਹਨਾਂ ਵੱਲੋਂ ਕੋਈ ਨਹੀਂ ਵੀਰ, ਕਿਹਾ ਹੋਵੇ, ਸਰਕਾਰ ਤੱਕ ਗੱਲ ਪਹੁੰਚਾਈ ਹੋਵੇ ਤੁਹਾਡੀ? ਨਹੀਂ ਵੀਰ ਜੀ, ਉਹਨਾਂ ਵੱਲੋਂ ਕੋਈ ਹੈਲਪ ਨਹੀਂ ਹੋਈ। ਇੱਕ ਸ਼੍ਰੋਮਣੀ ਕਮੇਟੀ ਦੇ ਮੈਂਬਰ ਸੀਗੇ ਸਾਡੇ, ਉਹਨਾਂ ਨੇ ਜ਼ਰੂਰ ਹੈਲਪ ਕੀਤੀ ਸੀਗੀ, ਹਰਦੇਵ ਸਿੰਘ ਰੋਗਲਾ। ਉਹਨਾਂ ਨੇ 10,000 ਸ਼੍ਰੋਮਣੀ ਕਮੇਟੀ ਵੱਲੋਂ ਦਵਾਇਆ ਸੀ ਜੀ ਚੈੱਕ। ਹੋਰ ਕੋਈ ਹੈਲਪ ਨਹੀਂ। ਹੁਣ ਕੀ ਮੰਗ ਕਰਦੇ ਹੋ ਤੁਸੀਂ? ਹੁਣ ਇਹੀ ਮੰਗ ਹੈ ਵੀਰ ਜੀ, ਸਰਕਾਰ ਅੱਗੇ ਵੀ ਬੱਚਿਆਂ ਨੂੰ ਸਰਕਾਰੀ ਸਹੂਲਤਾਂ ਦਿੱਤੀਆਂ ਜਾਣ, ਇਹਨਾਂ ਦੀ ਪੜ੍ਹਾਈ ਦਾ ਵੀ ਖਰਚਾ ਦਿੱਤਾ ਜਾਵੇ, ਤੇ ਇਹਨਾਂ ਦੇ ਵਿਆਹ ਸ਼ਾਦੀ ਵਾਸਤੇ ਵੀ ਹੈਲਪ ਕੀਤੀ ਜਾਵੇ ਜੀ। ਹੁਣ ਇਹ ਤਾਂ ਤੁਹਾਨੂੰ ਪਤਾ ਹੀ ਆ, ਅਪਾਹਜ ਨੇ ਜੀ, ਕੁਛ ਕਰ ਨਹੀਂ ਸਕਦੇ, ਨਾ ਇਹਨਾਂ ਦਾ ਹੱਲ ਹੈ ਕੋਈ। ਹੁਣ ਇਹੀ ਬੇਨਤੀ ਹੈ ਵੀਰ ਜੀ, ਇਹੀ ਰਿਕੁਐਸਟ ਹੈ ਵੀਰਾਂ ਅੱਗੇ ਜੋ ਸਮਾਜ ਸੇਵੀ ਵੀਰ ਨੇ। ਸੋ ਬਹੁਤ ਇੱਕ ਵੱਡੀ ਤੁਹਾਡੀ ਵੀ ਬਹੁਤ ਹਿੰਮਤ ਵਾਲੀ ਹੈ। ਅਸੀਂ ਵੀ ਦਾਦ ਦੇਣੀ ਚਾਹਾਂਗੇ ਕਿ 20 ਸਾਲ ਤੋਂ ਤੁਸੀਂ ਆਪਣੇ ਪਤੀ ਦੀ ਦੇਖਭਾਲ ਕਰ ਰਹੇ ਹੋ, ਕਿਉਂਕਿ ਅੱਜ ਕੱਲ੍ਹ ਦੀਆਂ ਲੜਕੀਆਂ ਤਾਂ ਆਪਾਂ ਦੇਖਦੇ ਆਂਗੇ ਕਿ ਸਾਲ 2 ਸਾਲ ਵੀ ਨਹੀਂ ਇਸ ਤਰ੍ਹਾਂ ਦਾ ਕਰ ਸਕਦੇ। 20 ਸਾਲ ਤੋਂ ਤੁਸੀਂ ਕਰ ਰਹੇ ਹੋ, ਇਸੇ ਤਰ੍ਹਾਂ ਹਿੰਮਤ ਰੱਖਣਾ, ਪ੍ਰਮਾਤਮਾ ਤੁਹਾਡਾ ਜ਼ਰੂਰ ਸਾਥ ਦੇਵੇਗਾ। ਹਾਂਜੀ ਵੀਰ ਜੀ, ਹਿੰਮਤ ਸੰਘਰਸ਼ ਹੈ ਜੀ ਜ਼ਿੰਦਗੀ ਨਾਲ, ਜਾਰੀ ਰੱਖਾਂਗੇ। ਸੋ ਮਨ ਨਹੀਂ ਭਰਨਾ, ਕੋਈ ਗੱਲ ਨਹੀਂ, ਪ੍ਰਮਾਤਮਾ ਹੈ ਤੁਹਾਡੇ ਨਾਲ ਔਰ ਸੰਸਥਾਵਾਂ ਵੀ ਤੁਹਾਡੇ ਨਾਲ ਖੜਨਗੀਆਂ, ਜ਼ਰੂਰ ਖੜਨਗੀਆਂ। ਠੀਕ ਹੈ ਵੀਰ ਜੀ, ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ। ਸੋ ਸਾਡੇ ਨਾਲ ਗੋਗੀ ਚੌਧਰੀ ਜੀ ਹੈਗੇ ਨੇ, ਜੋ ਕਿ ਇਹਨਾਂ ਦੇ ਪੜੋਸੀ ਨੇ। ਇਹਨਾਂ ਦੇ ਮਕਾਨ ਦੇ ਬਿਲਕੁਲ ਨਾਲ ਹੀ ਘਰ ਹੈਗਾ। ਸੋ ਜਿੱਦਾਂ ਭੈਣ ਜੀ ਨੇ ਦੱਸਿਆ ਕਿ ਕੋਈ ਵੀ ਰਾਜਨੀਤਿਕ ਲੋਕ ਜਿਹੜੇ ਹੈਗੇ ਨੇ ਬਾਹਰ ਪਏ ਭੁਪਿੰਦਰ ਸਿੰਘ ਨੂੰ ਦੇਖਦੇ ਜ਼ਰੂਰ ਨੇ, ਪਰ ਲੇਕਿਨ ਕਦੇ ਉਹਨਾਂ ਦੀ ਇਹ ਹਿੰਮਤ ਨਹੀਂ ਹੋਈ ਹੈਗੀ ਕਿ ਅਸੀਂ ਭੁਪਿੰਦਰ ਸਿੰਘ ਦੇ ਕੋਲ ਖੜ ਕੇ ਦਾ ਹਾਲ ਚਾਲ ਪੁੱਛ ਲਈ ਜਾਏ, ਇਹਦੀ ਕੋਈ ਮਦਦ ਕਰਵਾ ਦਈਏ। ਸੋ ਗੋਗੀ ਚੌਧਰੀ ਨਾਲ ਵੀ ਗੱਲਬਾਤ ਕਰਾਂਗੇ। ਭੈਣ ਜੀ ਤੁਸੀਂ ਇੱਧਰ ਆ ਜਾਓ। ਹਾਂਜੀ ਗੋਗੀ ਜੀ, ਤੁਹਾਡੇ ਬਿਲਕੁਲ ਪਰਿਵਾਰ ਦੇ ਨਾਲ ਹੀ ਰਹਿੰਦੇ ਨੇ ਭੁਪਿੰਦਰ ਸਿੰਘ, ਕਿਹੋ ਜਿਹੇ ਹਾਲਾਤ ਨੇ ਇਹਨਾਂ ਦੇ, ਔਰ ਕੀ ਇਹ ਵਾਕਈ ਜਿਹੜਾ ਦੱਸ ਰਹੇ ਨੇ ਸਾਰਾ ਕੁਝ ਜੈਨੂਅਨ ਹੈ? ਪਹਿਲਾਂ ਤਾਂ ਮੈਂ ਆਪ ਜੀ ਦੇ ਚੈਨਲ ਦਾ ਆਪ ਦਾ ਬਹੁਤ ਬਹੁਤ ਧੰਨਵਾਦ ਕਰੂੰਗਾ ਕਿ ਤੁਸੀਂ ਇਸ ਬੰਦੇ ਦੀ 20 ਸਾਲ ਬਾਅਦ ਕਿਸੇ ਨੇ ਆ ਕੇ ਤੁਸੀਂ ਸਾਰ ਲਈ ਹੈ ਤੁਹਾਡੇ। ਬਾਕੀ ਜਿਹੜੀ ਜੈਨੂਅਨ ਗੱਲ ਹੈ ਵੀ 20 ਸਾਲ ਹੋ ਗਏ ਨੂੰ ਮੰਜੇ 'ਤੇ ਪਏ ਨੂੰ, ਇਹਨਾਂ ਨੂੰ ਅੱਜ ਤੱਕ ਕੋਈ ਵੀ, ਅਸੀਂ ਮੇਰੇ ਖਿਆਲ 'ਚ ਮੈਂ 2-3 ਵਾਰੀ ਪਹਿਲਾਂ DC ਸਾਹਿਬ ਦੇ ਵੀ ਧਿਆਨ 'ਚ ਕਰਾਇਆ ਵੀ ਇਹ ਬੰਦਾ ਜੀ ਬੈੱਡ 'ਤੇ ਪਿਆ, ਇਹਦੀ ਕੋਈ ਆਪਾਂ ਰੈੱਡ ਕਰਾਸ 'ਚੋਂ ਜਾਂ ਕਿਸੇ ਪੱਖ 'ਚੋਂ ਵੀ ਆਪਾਂ ਇਹਦੀ ਕੋਈ ਮਦਦ ਕਰ ਸਕਦੀ ਹੈ ਤਾਂ ਇਹਨੂੰ ਜ਼ਰੂਰ ਦਿੱਤੀ ਜਾਵੇ। ਸਾਡੇ ਰਾਜਨੀਤਿਕ ਲੀਡਰਾਂ ਦੇ ਵੀ ਮੈਂ ਧਿਆਨ 'ਚ ਕਰਾਇਆ, ਕਿਉਂਕਿ ਮੈਂ ਵੀ ਬਲਾਕ ਸਮਿਤੀ ਮੈਂਬਰ ਹਾਂ ਇੱਥੋਂ, ਮੈਂ ਉਹਨਾਂ ਦੇ ਧਿਆਨ 'ਚ ਵੀ ਕਰਾਇਆ ਕਈ ਵਾਰੀ ਵੀ ਜਦ ਇੱਕ ਬੰਦਾ 20 ਸਾਲ ਤੋਂ ਪਿਆ ਬੈੱਡ 'ਤੇ ਪਿਆ ਵੀ ਉਹਦੀ ਕੋਈ ਫਾਈਨੈਂਸ਼ਲੀ ਮਦਦ ਕੀਤੀ ਜਾਵੇ। ਸੋ ਅਜੇ ਤੱਕ ਸਾਡੇ ਸਰਕਾਰਾਂ ਦੇ ਨੁਮਾਇੰਦਿਆਂ ਦੇ ਨਾ ਅਫਸਰਾਂ ਦੇ ਕੋਈ ਧਿਆਨ 'ਚ ਹੀ ਨਹੀਂ ਜਾਂਦੀਆਂ ਇੱਦਾਂ ਦੀਆਂ ਗੱਲਾਂ। ਕਾਰਨ ਕੀ ਹੈਗਾ? ਕਾਰਨ ਇਹ ਹੈ ਵੀ ਤੁਹਾਨੂੰ ਪਤਾ ਅੱਜ ਕੱਲ੍ਹ ਪ੍ਰੈਸ਼ਰ ਦੇ ਵਿੱਚ ਹਰੇਕ ਬੰਦਾ ਹੈ, ਰਾਜਨੀਤੀ ਹੈ, ਪੋਲੀਟੀਕਲ ਆਉਣ ਲਈ ਵੋਟਾਂ ਦੇ ਟਾਈਮ 'ਚ ਥੋੜ੍ਹਾ ਮੋਟਾ ਕੋਈ ਗੱਲ ਕਰਦਾ, ਨਹੀਂ ਅਦਰਵਾਈਜ਼ ਕੋਈ ਗੱਲ ਹੀ ਨਹੀਂ ਕਰਦਾ।
ਉਹ ਵੈਸੇ ਜਿਹੜਾ ਇਹਨਾਂ ਨੇ ਦੱਸਿਆ ਸਾਰਾ ਕੁਝ ਉਹ ਸਾਰਾ ਕੁਝ ਜੈਨੂਅਨ ਹੈ, ਜਿੱਦਾਂ 20 ਸਾਲ ਤੋਂ ਸੱਟ ਲੱਗੀ ਹੋਈ ਹੈ ਇਹਨਾਂ ਦੇ? ਬਿਲਕੁਲ ਇਹਨਾਂ ਦੇ 20 ਸਾਲ ਤੋਂ ਸੱਟ ਲੱਗੀ ਹੋਈ ਹੈ। 2001 ਦੇ ਵਿੱਚ ਇਹਨਾਂ ਦਾ ਐਕਸੀਡੈਂਟ ਹੋਇਆ ਸੀ। ਇਹਨਾਂ ਦੀ ਰੀੜ੍ਹ ਦੀ ਹੱਡੀ ਜਿਹੜੀ ਉਹ ਨਾ ਫ੍ਰੈਕਚਰ ਹੋ ਗਈ ਸੀ। ਉਸ ਤੋਂ ਬਾਅਦ ਦੇ ਵਿੱਚ ਬੜਾ ਸੰਘਰਸ਼ ਇਹਨਾਂ ਦੀ ਜਿਹੜੇ ਵਾਈਫ ਨੇ ਬਹੁਤ ਜ਼ਿਆਦਾ ਹੀ, ਮੈਂ ਕਹਿ ਸਕਦਾ ਮੇਰੇ ਕੋਲ ਸ਼ਬਦ ਨਹੀਂ ਕਿ ਇੰਨੀ ਸੇਵਾ ਕੀਤੀ ਹੈ। ਅਸੀਂ ਖੁਦ ਦੇਖਿਆ ਕਿ ਮੈਂ ਸ਼ਬਦ ਨਹੀਂ ਵੀ ਕੋਈ ਰਜਨੀ ਆਪਾਂ ਕਹਿੰਦੇ ਰਜਨੀ ਹੁੰਦੀ ਹੈ, ਰਜਨੀ ਤੋਂ ਵੀ ਵੱਡੀ ਕੋਈ ਜੇ ਪ੍ਰਾਪਤ ਇਹਨਾਂ ਨੇ ਕੀਤੀ ਹੈ ਸਾਡੇ ਮਾਣ ਸਤਿਕਾਰ ਪਿੰਡ 'ਚ ਨਗਰ 'ਚ ਇਲਾਕੇ 'ਚ ਕੀਤਾ ਹੋਇਆ ਹੈ, ਤਾਂ ਬਹੁਤ ਹੀ ਲਾਇਕ ਧੀ ਹੈ, ਮਤਲਬ ਕਿਸੇ ਪਰਿਵਾਰ ਦੀ ਜਿਹਨੇ ਇਹਨੂੰ 20 ਸਾਲ ਤੋਂ ਸਾਂਭਿਆ ਹੈ। ਪਰਿਵਾਰ ਦੇ ਜੇ ਆਪਾਂ ਹਾਲਾਤ ਦੀ ਗੱਲ ਕਰ ਲਈ, ਕਹੇ ਜਿਹੇ ਹਾਲਾਤ ਨੇ ਪਰਿਵਾਰ ਦਾ? ਪਿਛੋਕੜ ਕਿਸ ਤਰ੍ਹਾਂ ਦਾ ਪਿਛੋਕੜ ਹੈਗਾ ਪਰਿਵਾਰ ਦਾ? ਪਰਿਵਾਰ ਦੇ ਹਾਲਾਤ ਇੱਦਾਂ ਦੇ ਇੰਨੇ ਨਾਜ਼ੁਕ ਨੇ, ਇੰਨੀ ਗਰੀਬੀ ਹੈ ਕਿ ਰਹੇ ਰੱਬ ਦਾ ਨਾਮ। ਇਹਨਾਂ ਦਾ ਇਹ ਜਿਹੜਾ ਹੁਣ ਮੇਨ ਗੁਜ਼ਾਰਾ ਹੈ ਉਹ ਇਹ ਪਿੱਛੇ ਕੁਛ ਟਾਈਮ ਹੋਇਆ ਸੀ, ਕਾਫੀ ਟਾਈਮ ਦੀ ਗੱਲ ਹੈ, ਪਿਛਲੀ ਕੈਪਟਨ ਸਰਕਾਰ ਦੇ ਵਿੱਚ, ਉਦੋਂ ਇਹਨਾਂ ਨੂੰ ਪੂਰੇ ਜ਼ੋਰ ਇਹਨਾਂ ਦੀ ਅਪੀਲ ਕੀਤੀ ਗਈ ਸੀ ਸਾਡੇ ਨਗਰ ਵੱਲੋਂ ਵੀ ਇਹਨੂੰ ਪਹਿਲ ਦੇ ਆਧਾਰ 'ਤੇ ਪਈ ਇਹ ਆਂਗਣਵਾੜੀ 'ਚ ਹੈਲਪਰ ਸੀ ਨਾ, ਅਤੇ ਹੈਲਪਰ ਰੱਖੀ ਗਈ ਸੀ। ਉਹਦੇ ਆਧਾਰ 'ਤੇ ਇਹਦਾ ਵਿਚਾਰਾ ਜਿਹੜਾ ਖਰਚਾ ਪਾਣੀ ਹੈ ਜਾਂ ਉਹ ਚੱਲਦਾ, ਜੋ 3500 ਇਹਨਾਂ ਨੂੰ ਮਿਲਦਾ ਉਹਦੇ ਸਾਰੇ ਹੈ। ਪਿੰਡ ਦੀ ਪੰਚਾਇਤ ਵੱਲੋਂ ਨਹੀਂ ਕੋਈ ਕਿਸੇ ਤਰ੍ਹਾਂ ਦਾ ਕੋਈ ਲਿਖ ਕੇ ਮਤਾ ਪਾਇਆ ਜਾਂਦਾ, ਜਾਂ ਕੋਈ ਹੋਰ ਬੱਚਿਆਂ ਦੀ ਜਿੱਦਾਂ ਪੜ੍ਹਾਈ ਦਾ ਦੱਸ ਰਹੇ ਨੇ ਕਿ ਕੁਝ ਸਮਾਜ ਸੇਵੀ ਸੰਸਥਾਵਾਂ ਵੱਲੋਂ ਪੜ੍ਹਾਈ ਬੱਚਿਆਂ ਦੀ ਫ੍ਰੀ ਕਰਵਾਈ ਜਾ ਰਹੀ ਹੈ, ਉਹਨਾਂ ਵੱਲੋਂ ਫੀਸ ਭਰੀ ਜਾ ਰਹੀ ਹੈ, ਕੋਈ ਹੋਰ ਇਸ ਤਰ੍ਹਾਂ ਦਾ ਉਪਰਾਲਾ ਪੰਚਾਇਤ ਵੱਲੋਂ ਨਹੀਂ ਕੀਤਾ ਜਾ ਰਿਹਾ? ਕਿਸੇ ਵੀ ਪੰਚਾਇਤ ਨੇ ਹੁਣ ਤੱਕ 2001 ਤੋਂ ਹੁਣ ਤੱਕ ਕਿੰਨੀਆਂ ਪੰਚਾਇਤਾਂ ਬਣ ਚੁੱਕੀਆਂ, ਚੌਥੀ ਪੰਜਵੀਂ ਪੰਚਾਇਤ ਹੈ, ਕਿਸੇ ਵੀ ਪੰਚਾਇਤ ਨੇ ਅੱਜ ਤੱਕ ਕੋਈ ਵੀ 5 ਰੁਪਈਆਂ ਦਾ ਇਹਨਾਂ ਦਾ ਮਦਦ ਨਹੀਂ ਕੀਤੀ। ਓਨਲੀ ਜੋ ਸਾਡਾ ਮੈਰਿਟ ਦੇ ਆਧਾਰ 'ਤੇ ਵੀ ਕੰਮ ਬਣਦਾ ਹੈ, ਜੇ ਆਪਾਂ ਕਹੀਏ ਉਹਦੇ ਵਿੱਚ ਵੀ ਕੋਈ ਜੋ ਕਾਰਵਾਈ ਨਹੀਂ ਕੀਤੀ ਪੰਚਾਇਤ ਨੇ। ਸਾਡਾ ਕੰਮ ਹੁੰਦਾ ਹੈ ਪੰਚਾਇਤਾਂ ਦਾ ਕਿ ਅਸੀਂ ਗੁਹਾਰ ਤਾਂ ਲਾ ਸਕਦੇ ਹਾਂ ਨਾ, ਸਾਡੇ ਵਿਸ਼ੇਸ਼ ਜੋ ਮੈਜਿਸਟ੍ਰੇਟ ਅਫੀਸਰ ਬੈਠੇ ਨੇ ਉਹਨਾਂ ਦੇ ਧਿਆਨ 'ਚ ਤਾਂ ਕਰਾ ਸਕਦੇ ਹਾਂ, ਪਰ ਇੱਦਾਂ ਦਾ ਕਦੇ ਵੀ ਸਾਡੀ ਕੋਈ ਲਿਖਤੀ ਰਿਕਾਰਡ 'ਚ ਵੀ ਕੋਈ ਕਾਰਵਾਈ ਨਹੀਂ ਹੈਗੀ। ਤੁਹਾਡੇ ਮੌਜੂਦਾ ਸਰਪੰਚ ਕੌਣ ਨੇ ਹੁਣ ਇੱਥੇ? ਹਰਦੇਵ ਕੌਰ, ਵਾਈਫ ਆਫ ਸਰਦਾਰ ਜਗਮੇਲ ਸਿੰਘ। ਜਗਮੇਲ ਸਿੰਘ ਜਿਹੜੇ ਉਹ ਕਮੇਟੀ ਦੇ ਵਿੱਚ ਕੰਮ ਕਰਦੇ ਨੇ ਉਹੀ ਨੇ? ਬਿਲਕੁਲ। ਹਾਂ, ਮੈਂ ਉਹਨਾਂ ਨਾਲ ਫੋਨ ਤੇ ਗੱਲ ਕੀਤੀ ਸੀਗੀ ਵੀ ਤੁਹਾਡਾ ਪੱਖ ਦਿਓ, ਤੁਸੀਂ ਮੌਜੂਦਾ ਸਰਪੰਚ ਹੋ, ਇੱਕ ਸਰਪੰਚ ਦੇ ਪਤੀ ਹੋ ਤੁਸੀਂ, ਵੀ ਆਪਣਾ ਪੱਖ ਦਿਓ, ਕਿਉਂਕਿ ਤੁਹਾਡੇ ਪਿੰਡ ਦੇ ਵਿੱਚ ਇੱਕ 20 ਸਾਲ ਤੋਂ ਇੱਕ ਅਪਾਹਿਜ ਬੈਠਾ ਹੈ, ਤਾਂ ਉਹਦੇ ਲਈ ਕੋਈ ਗੁਹਾਰ ਲਾਓ ਤੁਸੀਂ। ਉਹ ਕਹਿੰਦੇ ਜੀ ਇਹਨਾਂ ਨੂੰ ਤਾਂ ਬਹੁਤ ਮਦਦਾਂ ਮਿਲ ਗਈਆਂ, ਕਹਿੰਦੇ ਤੁਸੀਂ ਤਾਂ ਹੁਣ ਜਾਣ ਕੇ ਕਹਿੰਦੇ ਇਹਨਾਂ ਨੂੰ ਪੈਸਾ ਦਿਵਾਉਣ ਦੀ ਗੱਲ ਕਰ ਰਹੇ ਹੋ। ਦੇਖੋ, ਮੈਂ ਪਿੱਛੇ ਜੇ ਅਪਰੋਚ ਕਰਕੇ ਡੀ ਸਾਹਿਬ ਨੂੰ ਜਦੋਂ ਧਿਆਨ 'ਚ ਕਰਾਇਆ ਸੀ, ਉਹਨਾਂ ਨੇ ਐਸਡੀਐਮ ਸਾਹਿਬ ਨੂੰ ਵੀ ਕਿਹਾ ਸੀ ਵੀ ਉੱਥੇ ਸੰਬੰਧਿਤ ਵਿਅਕਤੀ ਹੈ ਜਿਹੜਾ ਉਹਦੀ ਹਾਲਾਤ ਦੇਖੋ ਕੀ ਨੇ, ਤਾਂ ਉਦੋਂ ਵੀ ਕੁਛ ਸਾਡੇ ਪੰਚਾਇਤ ਦੇ ਪਤਵੰਤੇ ਸੱਜਣਾਂ ਦਾ ਇਹੋ ਜਿਹਾ ਸਹਿਯੋਗ ਰਿਹਾ ਵੀ ਉਹਨਾਂ ਨੇ ਉਦੋਂ ਵੀ ਇਹੀ ਗੱਲਾਂ ਕਹੀਆਂ। ਬਿਲਕੁਲ ਗਲਤ ਨੇ ਉਹ। ਕਾਰਨ ਕਿਉਂ? ਇਹ ਲੋਕ ਕਿਉਂ ਨਹੀਂ ਹਾਂ ਦਾ ਨਾਰਾ ਮਾਰਦੇ? ਕਿਉਂਕਿ ਇਹ ਮਸਲਾ ਪੋਲੀਟੀਕਲੀ ਆ ਜਾਂਦਾ ਹੈ। ਇਹਨਾਂ ਨੇ ਪੋਲੀਟੀਕਲੀ ਕਿਵੇਂ, ਇਹਨਾਂ ਨੇ ਪਿੱਛੇ ਜੋ ਇਲੈਕਸ਼ਨ ਸੀ ਸਰਪੰਚੀ ਦੀ, ਉਹਦੇ ਵਿੱਚ ਇਹਨਾਂ ਦੇ ਐਸਸੀ ਭਾਈਚਾਰੇ 'ਚੋਂ ਬੰਦਾ ਖੜਾ ਸੀ, ਇਹਨਾਂ ਨੇ ਉਹਦੀ ਕਰਨੀ ਹੀ ਸੀ। ਆਪਦੇ ਪਰਿਵਾਰ 'ਚੋਂ ਕੋਈ ਬੰਦਾ ਖੜਾ ਹੋਵੇ ਤਾਂ ਕਰਦੀ ਹੈ। ਇੰਨੀ ਵੀ ਜ਼ਮੀਰ ਮਰ ਜਾਂਦੀ ਹੈ ਲੋਕਾਂ ਦੀ ਕਿ ਇੱਕ ਬੰਦਾ 20 ਸਾਲ ਤੋਂ ਮੰਜੇ ਦੇ ਉੱਤੇ ਪਿਆ, ਉਹਦੇ ਉੱਪਰ ਵੀ ਪੋਲੀਟੀਕਲ ਰਾਜਨੀਤੀ ਖੇਡੀ ਜਾਂਦੀ ਹੈ। ਬਿਲਕੁਲ, ਮੈਂ ਕਹਿੰਦਾ ਜੀ ਸਾਡੇ ਤਾਂ ਚੁੱਲ੍ਹਿਆਂ 'ਤੇ ਰਾਜਨੀਤੀ, ਪਿੰਡਾਂ ਦੇ ਵਿੱਚ ਚੁੱਲ੍ਹਿਆਂ 'ਤੇ ਵੀ ਰਾਜਨੀਤੀ ਆ ਜਾਂਦੀ ਹੈ। ਇਹ ਤਾਂ ਮਤਲਬ ਐਡੀ ਜ਼ਿਆਦਾ ਡਿੱਗੀ ਹੋਈ ਗੱਲ ਹੈ ਕਿ ਜੇ ਕੋਈ ਪ੍ਰਸ਼ਾਸਨ ਸਾਡੀ ਮਦਦ ਕਰਨੀ ਚਾਹੁੰਦਾ, ਸਾਡੇ ਪਿੰਡ ਦੇ ਬਿਲਕੁਲ 100% ਕਲੀਅਰ ਹੈ। ਜੇ ਕੋਈ ਵੀ ਕਿਸੇ ਤਰ੍ਹਾਂ ਇਹਨਾਂ ਕੋਲੇ ਫਾਈਨੈਂਸ਼ਲੀ ਬੈਂਕ ਕੋਈ ਹੋਰ ਹੋਵੇ ਨਾ, ਇਹ ਤਾਂ ਬਿਲਕੁਲ ਗਰੀਬ ਪਰਿਵਾਰ ਹੈ। ਜੇ ਕੋਈ ਆਪਾਂ ਇਹਨਾਂ ਦਾ ਅਕਾਊਂਟ ਨੰਬਰ, ਬੈਂਕ ਖਾਤਾ ਇਹਨਾਂ ਦਾ ਦੇਣਾ ਹੋਵੇ ਤਾਂ ਤੁਸੀਂ ਬੋਲ ਕੇ ਦੇ ਸਕਦੇ ਹੋ ਇੱਥੇ? ਬਿਲਕੁਲ ਜੀ, ਬਿਲਕੁਲ ਦੇ ਸਕਦੇ। ਸੋ ਆਪਾਂ ਦੇਣਾ ਚਾਹਾਂਗੇ ਕਿ ਹੋ ਸਕਦਾ, ਕਿਉਂਕਿ ਹਮੇਸ਼ਾ ਪੰਜਾਬੀ ਦੇ ਕੰਮ ਆਏਗਾ। ਆਪਾਂ ਦੇਖਿਆ ਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਵੀਰ ਬੈਠੇ ਨੇ, ਹਮੇਸ਼ਾ ਉਹੀ ਕੰਮ ਆਉਂਦੇ ਨੇਗੇ ਅਜਿਹੇ ਮਾਮਲਿਆਂ ਦੇ ਵਿੱਚ, ਕਿਉਂਕਿ ਸਰਕਾਰਾਂ ਤੋਂ ਤਾਂ ਹੁਣ ਭਰੋਸਾ ਚੁੱਕਿਆ ਹੀ ਹੈਗਾ। ਬਾਕੀ ਕਾਂਗਰਸੀ ਹੋ ਤੁਸੀਂ ਵੀ, ਕੀ ਕਹਿਣਾ ਚਾਹੋਗੇ ਇਹਨਾਂ ਵਾਸਤੇ, ਕੀ ਅਪੀਲ ਕਰਨੀ ਚਾਹੋਗੇ? ਮੈਂ ਜੀ ਪੂਰੀ ਅਪੀਲ ਕਰਦਾ ਸਾਡੀ ਸਰਕਾਰ ਨੂੰ ਵੀ, ਸਾਡੇ ਪ੍ਰਸ਼ਾਸਨ ਨੂੰ ਵੀ, ਬੇਸ਼ੱਕ ਕੋਈ ਕਮੇਟੀ ਬਿਠਾ ਕੇ ਚੈੱਕ ਕਰਾ ਲਓ। ਇਸ ਬੰਦੇ ਦੇ ਪ੍ਰਤੀ ਹਮੇਸ਼ਾ ਇਹੀ ਗੱਲ ਹੈ ਕਿ ਇਹ ਬਿਲਕੁਲ ਅੰਤ ਗਰੀਬ ਹੈ, ਬਿਲਕੁਲ ਲੋੜਵੰਦ ਹੈ। ਇਹਨੂੰ ਮਤਲਬ ਜਿੰਨੀ ਕੁ ਫਾਈਨੈਂਸ਼ੀਅਲੀ ਮਦਦ ਹੋ ਸਕੇ, ਮੈਂ ਸਰਕਾਰ ਨੂੰ ਇਹ ਅਪੀਲ ਕਰਦਾ, ਦਾਨੀ ਸੱਜਣਾ ਨੂੰ ਵੀ ਇਹ ਇੱਕ ਗਊ ਦੇ ਮੂੰਹ 'ਚ ਜਾਣ ਵਾਲਾ ਕੰਮ ਹੈ। ਜਿਹੜਾ ਆਪਾਂ ਕਹਿੰਦੇ ਗਊ ਦਾਨ ਕਰਦੇ ਹਾਂ, ਗਊ ਨੂੰ ਦਾਨ ਕਰਦੇ ਹਾਂ, ਉਹ ਇਹ ਗਊ ਜਿਹੜਾ ਪਤਾ ਕੀ ਆ ਅਸਲ ਦੇ ਵਿੱਚ, ਜਦੋਂ ਬੰਦਾ ਫਿਜ਼ੀਕਲੀ ਜੋ ਕੰਮ ਕਰਕੇ ਆਪਣੇ ਬੱਚੇ ਨਹੀਂ ਪਾਲ ਸਕਦਾ। ਹੁਣ ਦੇਖੋ ਵੱਡੀ ਗੱਲਬਾਤ ਹੈ, ਧੀ ਇਹਨਾਂ ਦੀ ਬਰਾਬਰ ਦੀ ਹੋ ਗਈ, 22-23 ਸਾਲ ਦੀ ਹੋ ਗਈ, ਉਹਨੂੰ ਵੀ ਵਿਆਹਣ ਦੇ। ਹੁਣ ਤੱਕ ਇਹਨਾਂ ਦਾ ਚਲੋ ਇਕੱਲਾ ਰੋਟੀ ਦਾ ਗੁਜ਼ਾਰਾ ਸੀ ਚੱਲੀ ਗਿਆ, ਜਾਂ ਬੱਚਿਆਂ ਦੀ ਪੜ੍ਹਾਈ ਵਾਸਤੇ ਮੇਰੇ ਜੋ NRI ਵੀਰ ਨੇ
ਜਾਂ ਸਪੋਕਸਮੈਨ ਅਦਾਰੇ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਤੁਹਾਡੇ ਵਰਗੇ ਭਰਾਵਾਂ ਨੇ ਉਹ ਲਾ ਕੇ ਨਾਲ ਉਹ ਬੱਚਿਆਂ ਦੀ ਹੋ ਪੜ੍ਹਾਈ ਕਰਾਈ ਦੀ, ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਪਰ ਇਸ ਗੱਲ ਦੇ ਬਾਵਜੂਦ ਹੁਣ ਇਹਨਾਂ ਦੇ ਸਿਰ ਤੇ ਬਿਲਕੁਲ ਇੱਕ ਤਾਂ ਕੋਈ ਇਹ ਹੁੰਦਾ ਵੀ ਬੰਦੇ ਕੋਲੇ ਆਪਾਂ ਕਹਿ ਦਿੰਦੇ ਵੀ ਜ਼ਮੀਨ ਜਾਇਦਾਦ ਹੋਵੇ, ਉਹ ਵੀ ਬਿਲਕੁਲ ਨਹੀਂ। ਬਿਲਕੁਲ ਇੱਕ ਕੋਈ ਆਪਾਂ ਨੂੰ ਹੁੰਦਾ ਵੀ ਕੋਈ ਪਰਿਵਾਰ ਦੇ ਵਿੱਚ ਮੁਲਾਜ਼ਮ ਹੋਵੇ, ਉਹ ਵੀ ਕੋਈ ਗੱਲਬਾਤ ਨਹੀਂ। ਬਿਲਕੁਲ ਬੇਰੁਜ਼ਗਾਰ ਪਰਿਵਾਰ ਹੈ। ਤੁਹਾਨੂੰ ਦੱਸਿਆ ਵੀ ਇਹ ਜਿਹੜੀ ਇਹਨਾਂ ਦੀ ਪਤਨੀ ਹੈ, ਧਰਮ ਪਤਨੀ, ਇਹਦਾ 34-3500 ਰੁਪਇਆ ਜੋ ਆਉਂਦਾ ਉਹ ਹੀ ਹੈ। ਕੋਈ ਰਾਜਨੀਤਿਕ ਜਿਹੜੇ ਲੀਡਰ ਨੇ ਵੱਡੇ ਵੱਡੇ, ਜਿਵੇਂ ਆਪਾਂ ਢੀਂਡਸਿਆਂ ਦੀ ਗੱਲ ਕਰ ਲਈਏ, ਢੀਂਡਸਿਆਂ ਦਾ ਗੜ੍ਹ ਰਿਹਾ ਹੈ ਇਹ, ਔਰ ਦੂਸਰੇ ਪਾਸੇ ਜੇ ਆਪਾਂ ਗੱਲ ਕਰ ਲਈਏ ਕਾਂਗਰਸ ਦੇ ਵੀ ਵੱਡੇ ਵੱਡੇ ਲੀਡਰ ਜਿਹੜੇ ਹੈਗੇ ਇੱਥੇ ਰਹੇ ਨੇ ਔਰ ਹੈਗੇ ਵੀ ਨੇ। ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਹਰਪਾਲ ਚੀਮਾ ਜੀ 5 ਸਾਲ ਜਿਹੜਾ ਉਹ ਆਪਣਾ ਪਲਾਨ ਹੈ ਉਹਦਾ ਆਨੰਦ ਮਾਣ ਚੁੱਕੇ ਨੇ। ਵਿਰੋਧੀ ਧਿਰ ਦੇ ਵਿੱਚ ਨੇਤਾ ਵੀ ਨੇ। ਕਦੇ ਕੋਈ ਉਹਨਾਂ ਦਾ ਧਿਆਨ ਨਹੀਂ ਪਿਆ ਇਹਨਾਂ ਦੇ ਉੱਪਰ? ਅਸਲ ਗੱਲ ਉਹੀ ਹੈ ਵੀ ਸਾਡੇ ਜਦੋਂ ਅਸੀਂ ਨੁਮਾਇੰਦੇ ਚੁਣਦੇ ਹਾਂ ਉਦੋਂ ਹੀ ਉਹਨਾਂ ਨੂੰ ਧਿਆਨ 'ਚ ਆਉਂਦਾ ਕਿ ਅਸੀਂ ਆਹ ਮਸਲਾ ਇੱਥੇ ਜਾਈਏ, ਇੱਥੇ ਜਾਈਏ। ਹੁਣ ਬੜਾ ਚੱਲ ਰਿਹਾ, ਦੇਖੋ ਤੁਸੀਂ ਕਦੇ ਸਾਡੇ ਖਜ਼ਾਨਾ ਮੰਤਰੀ ਵੀ ਲਾ ਲਓ, ਉਹ ਵੀ ਚਾਹ ਦੇ ਕੱਪ ਆਪੇ ਬਣਾ ਕੇ ਪੀਣ ਲੱਗ ਜਾਂਦੇ ਨੇ। ਸ਼ੋਸ਼ੇਬਾਜ਼ੀ ਆ ਹੁਣ ਕਰਦੇ ਆ। ਇਸ ਤੋਂ ਬਾਅਦ ਵਿੱਚ ਕੋਈ ਸਾਰ ਨਹੀਂ ਲੈਂਦਾ, ਕਿਸੇ ਦੀ ਵੀ ਨਹੀਂ ਲੈਂਦਾ। ਬਿਲਕੁਲ ਮਤਲਬ ਤੁਸੀਂ ਇੱਥੇ ਤੱਕ ਅਸੀਂ ਕਾਂਗਰਸ ਦੇ ਜੁਝਾਰੂ ਵਰਕਰ ਰਹੇ ਹਾਂ, ਮਤਲਬ 4-5 ਸਾਲ ਹੋ ਗਏ ਸਾਨੂੰ ਸਰਕਾਰ ਨਹੀਂ ਪੁੱਛਦੀ, ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਪੁੱਛਦਾ। ਮਤਲਬ ਪ੍ਰਸਤ ਨੇ, ਮਤਲਬ ਲਿਆ, ਉਸ ਤੋਂ ਬਾਅਦ ਦੇ ਵਿੱਚ ਕੋਈ ਕੰਮ ਨਹੀਂ। ਕੋਈ ਕਿਸੇ ਨੂੰ ਇਹ ਨਹੀਂ ਦੇਖਣਾ ਵੀ ਇਹ ਮੈਰਿਟ ਦੇ ਆਧਾਰ 'ਤੇ ਇਹ ਬੰਦਾ ਯੋਗ ਬਣਦਾ ਹੈ। ਕੋਈ ਨਹੀਂ, ਰੈੱਡ ਕਰਾਸ ਤੋਂ ਹੋਰ ਕਈ ਸਕੀਮਾਂ ਨੇ ਸਾਡੇ ਕੋਲ ਜਿਹੜੀਆਂ ਕਿ ਮਿਲ ਸਕਦੀਆਂ ਨੇ। ਪਰ ਮੈਨੂੰ ਲੱਗਦਾ ਵੀ ਸਾਡੀਆਂ ਸਰਕਾਰਾਂ ਦੇ ਜਮੀ ਕੰਨਾਂ ਦੇ ਹੋਸ਼ ਬੰਦ ਹੋ ਰਹੇ ਨੇ। ਜਦੋਂ ਕਿ ਅਪਾਹਜਾਂ ਦੇ ਲੈਵਲ 'ਤੇ ਸੈਂਟਰ ਵੱਲੋਂ RBI ਦੀਆਂ ਸਕੀਮਾਂ ਵੀ ਨੇ, ਰਿਜ਼ਰਵ ਬੈਂਕ ਆਫ ਇੰਡੀਆ ਦੇ ਬੀਮੇ ਵੀ ਨੇ, ਉਹ ਕੱਟਦੇ ਨੇ। ਸਰਕਾਰਾਂ ਦੇ ਮੰਤਰੀ ਬੈਠੇ ਨੇ ਉਹਦੇ ਵਿੱਚ, ਉਹ ਖਾਂਦੇ ਨੇ ਸ਼ਰੇਆਮ, ਪਰ ਕਿਤੇ ਯੋਗ ਕੋਲੇ ਨਹੀਂ ਪਹੁੰਚਦਾ। ਜੋ ਕਿ ਭੁਪਿੰਦਰ ਸਿੰਘ ਹੈ, ਸਭ ਤੋਂ ਵੱਧ ਯੋਗ ਬੰਦਾ ਹੈ। ਮੈਂ ਕਹਿੰਦਾ ਇਹ ਪੂਰੇ ਹਲਕੇ ਦੇ ਵਿੱਚ 80-85 ਪਿੰਡਾਂ ਦੇ ਵਿੱਚ ਤੁਸੀਂ ਲਗਭਗ ਫਿਰ ਕੇ ਦੇਖ ਲਓ, ਇਹ ਤੋਂ ਯੋਗ ਜੇ ਕੋਈ ਬੰਦਾ ਹੋਇਆ ਤਾਂ ਮੈਂ ਇਸ ਗੱਲ ਦਾ ਗਵਾਹ। ਸੋ ਬਿਲਕੁਲ ਮਦਦ ਭੁਪਿੰਦਰ ਸਿੰਘ ਦੀ ਜ਼ਰੂਰ ਹੋਣੀ ਚਾਹੀਦੀ ਆ। ਅਸੀਂ ਇਹਨਾਂ ਦੀ ਵਾਈਫ ਹੈਗੇ ਨੇ, ਦਿਖਾ ਦੇਣਾ ਅਕਾਊਂਟ ਨੰਬਰ ਇਹਨਾਂ ਤੋਂ ਆਪਾਂ ਲਵਾਂਗੇ। ਸੋ ਜੇ ਪਰਿਵਾਰ ਦੀ ਕੋਈ ਮਦਦ ਕਰਨੀ ਚਾਹੁੰਦਾ ਹੋਵੇ ਕੋਈ ਵੀ ਸਮਾਜ ਸੇਵੀ ਤਾਂ ਉਹ ਕਰ ਸਕਦਾ। ਤੁਸੀਂ ਅਕਾਊਂਟ ਨੰਬਰ ਆਪਣਾ ਬੋਲ ਕੇ ਦੱਸ ਸਕਦੇ ਹੋ ਜੀ। ਹਾਂਜੀ ਵੀਰ ਜੀ, 6520 ਜੀ 2335 082, IFC ਕੋਡ SBI N00 50606। ਕਿਹਨਾਂ ਦੇ ਨਾਮ ਲਈ ਅਕਾਊਂਟ ਨੰਬਰ ਹੈ? ਇਹ ਭੁਪਿੰਦਰਪਾਲ ਸਿੰਘ ਮੇਰੇ ਹਸਬੈਂਡ ਨੇ ਜੀ, ਉਹਨਾਂ ਦਾ ਅਕਾਊਂਟ ਨੰਬਰ ਹੈ। ਮੋਬਾਈਲ ਨੰਬਰ ਵੀ ਬੋਲ ਸਕਦੇ ਹੋ? ਹਾਂਜੀ 9853 ਜੀ 17468। ਹਾਂਜੀ, ਲਾਸਟ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ? ਲਾਸਟ ਵੀਰ ਜੀ ਇਹੀ ਰਿਕਵੈਸਟ ਹੈ ਜੀ ਵੀਰ ਜੀ ਸਮਾਜ ਸੇਵੀਆਂ ਅੱਗੇ ਵੀ ਤਿੰਨੋਂ ਬੱਚੇ ਜਵਾਨ ਨੇ ਜੀ, ਉਹਨਾਂ ਦੀ ਸ਼ਾਦੀ ਵਾਸਤੇ ਹੈਲਪ ਕੀਤੀ ਜਾਵੇ। ਹੁਣ ਮੇਰੇ 'ਚ ਗੁੰਜਾਇਸ਼ ਨਹੀਂ ਹੈਗੀ ਵੀਰ ਜੀ। ਸੋ ਬਿਲਕੁਲ ਇਹ ਪਰਿਵਾਰ ਦੀ ਮਦਦ ਜ਼ਰੂਰ ਹੋਣੀ ਚਾਹੀਦੀ ਹੈ, ਕਿਉਂਕਿ ਹਮੇਸ਼ਾ ਹੀ ਜਿਹੜੇ ਵਿਦੇਸ਼ੀ ਭਰਾ ਨੇ, ਵਿਦੇਸ਼ਾਂ ਦੇ ਵਿੱਚ ਪੰਜਾਬੀ ਬੈਠੇ ਨੇ, ਉਹਨਾਂ ਨੇ ਹੀ ਅਜਿਹੇ ਲੋਕਾਂ ਦੀ ਬਾਹ ਫੜੀ ਹੈ। ਅਸੀਂ ਬਹੁਤ ਸਾਰੇ ਲੋਕ ਅਜਿਹੇ ਦੇਖੇ ਸੀਗੇ ਜੋ ਆਪਣੀ ਜ਼ਿੰਦਗੀ ਦੀ ਜੰਗ ਹਾਰਨ ਦੇ ਕਿਨਾਰੇ 'ਤੇ ਬੈਠੇ ਸੀਗੇ, ਪਰ ਲੇਕਿਨ ਵਿਦੇਸ਼ੀ ਭਰਾਵਾਂ ਨੇ ਔਰ ਜਿਹੜੇ ਪੰਜਾਬੀ ਲੋਕ ਨੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ, ਉਹਨਾਂ ਨੇ ਉਹਨਾਂ ਦੀ ਜ਼ਿੰਦਗੀ ਹੈ ਜਿਹੜੀ ਉਹ ਖੁਸ਼ਹਾਲ ਬਣਾ ਦਿੱਤੀ, ਕਿਉਂਕਿ ਉਹ ਇੱਕ ਜ਼ਰੀਆ ਬਣੇ, ਬਾਹ ਫੜੀ ਉਹਨਾਂ ਨੇ। ਸੋ ਭੁਪਿੰਦਰ ਸਿੰਘ ਦੀ ਵੀ ਮੈਨੂੰ ਉਮੀਦ ਹੈ ਕਿ ਭੁਪਿੰਦਰ ਸਿੰਘ ਦੀ ਬਾਂਹ ਤੁਸੀਂ ਜ਼ਰੂਰ ਫੜੋਗੇ, ਕਿਉਂਕਿ 20 ਸਾਲ ਤੋਂ ਭੁਪਿੰਦਰ ਸਿੰਘ ਮੰਜੇ ਤੇ ਬੈਠੇ ਨੇ। ਇਹਨਾਂ ਦੀ ਪਤਨੀ, ਧਰਮ ਪਤਨੀ, ਇਹਨਾਂ ਦਾ ਸਾਰਾ ਦੇਖ ਪਾਲਣ ਜਿਹੜਾ ਕਰ ਰਹੀ ਹੈਗੀ ਆ। ਸੋ ਬਹੁਤ ਇਹਨਾਂ ਦੇ ਪਰਿਵਾਰ ਦੇ ਜਿਹੜੇ ਹਾਲਾਤ ਨੇ ਉਹ ਗੰਭੀਰ ਬਣੇ ਹੋਏ ਨੇਗੇ। ਬੇਸ਼ੱਕ ਕੁਝ ਰਾਜਨੀਤਿਕ ਲੋਕ ਨੇ ਜਿਹੜੇ ਅਜਿਹੇ ਲੋਕਾਂ 'ਤੇ ਵੀ ਰਾਜਨੀਤਿਕ ਖੇਡੀ ਜਾਂਦੇ ਨੇ। ਸੋ ਗੱਲਬਾਤ ਵੀ ਤੁਹਾਡੀ ਜਿਹੜੀ ਹੈਗੀ ਆ ਅਸੀਂ ਕਰਵਾਈ ਹੈਗੀ ਆ। ਸਰਪੰਚ ਜਿਹੜੇ ਹੈਗੇ ਨੇ ਮੌਜੂਦਾ, ਉਹਨਾਂ ਦੀ ਧਰਮ ਪਤਨੀ ਸਰਪੰਚ ਨੇ, ਔਰ ਮੌਜੂਦਾ ਜਿਹੜੇ ਸਰਪੰਚ ਦੇ ਧਰਮ ਪਤਨੀ ਦੇ ਹਸਬੈਂਡ ਨੇ, ਉਹਨਾਂ ਨਾਲ ਗੱਲਬਾਤ ਕਰਵਾਈ ਹੈ। ਉਹਨਾਂ ਦੀ ਗੱਲਬਾਤ ਵੀ ਤੁਸੀਂ ਸੁਣਿਓ ਵੀ ਕੀ ਉਹਨਾਂ ਨੇ ਕਿਹਾ ਹੈਗਾ। ਇਸ ਤਰ੍ਹਾਂ ਦੇ ਲੋਕ ਵੀ ਹੁੰਦੇ ਨੇ ਪਿੰਡਾਂ ਦੇ ਵਿੱਚ, ਪਰ ਲੇਕਿਨ ਅਸੀਂ ਕਹਿੰਦੇ ਕਿ ਤੁਹਾਡੇ ਵਰਗੇ ਜਿਹੜੇ ਪ੍ਰਮਾਤਮਾ ਬਣ ਕੇ ਅਜਿਹੇ ਲੋਕਾਂ ਦੀ ਬਾਹ ਫੜਦੇ ਹੋ ਤੇ ਪ੍ਰਮਾਤਮਾ ਤੁਹਾਨੂੰ ਵੀ ਲੰਮੀਆਂ ਉਮਰਾਂ ਬਖਸ਼ੇ। ਪੰਜਾਬੀ ਲੋਕ ਚੈਨਲ ਦੇ ਲਈ ਸੰਜੀਵ ਗੋਇਲ, ਸੰਗਰੂਰ।